हेलो स्टूडेंट्स, वेलकम बैक टू माय यूट्यूब चैनल। सो बच्चे, इस वीडियो के अंदर असी चैप्टर नंबर 4 के 5 मार्क्स के क्वेश्चन डिस्कस करन जा रहे हैं। सो साडा अज दा फर्स्ट क्वेश्चन है, डिस्कस चाइल्ड मैरिज एंड लेबर एज सोशल फैक्टर इफैक्ट्स डिवेलपमेंट। सो साडे बच्चे इनवायरमेंट दे विच साडी जो सोसाइटी है, सोसाइटी के अंदर सब तो पहला असी दसना है कि चाइल्ड मैरिज दे की साडी डिवेलपमेंट दे विच कह लो इफैक्ट आ, और लेबर सो ਜਿਹੜੇ ਬਾਲ ਮਜ਼ਦੂਰੀ ਆ, ਛੋਟੇ ਬੱਚਿਆਂ ਤੋਂ ਕੰਮ ਕਰਵਾਇਆ ਜਾਂਦਾ ਆ, ਉਹਦੇ ਨਾਲ ਸਾਡੇ ਸਮਾਜ ਦੇ ਉੱਪਰ ਕੀ ਫ਼ਰਕ ਪੈ ਰਿਹਾ। ਸਭ ਤੋਂ ਪਹਿਲਾਂ ਤਾਂ ਬੱਚੇ ਤੁਹਾਨੂੰ ਡਿਵੈਲਪਮੈਂਟ ਪਤਾ ਹੋਣਾ ਚਾਹੀਦਾ ਕਿ ਡਿਵੈਲਪਮੈਂਟ ਕੀ ਚੀਜ਼ ਆ, ਤਰੱਕੀ ਕੀ ਚੀਜ਼ ਆ। ਠੀਕ ਹੈ, ਸਭ ਤੋਂ ਪਹਿਲਾਂ ਤੁਸੀਂ ਲਿਖੋਗੇ ਡਿਵੈਲਪਮੈਂਟ ਦੀ ਡੈਫੀਨੇਸ਼ਨ, ਉਹਦਾ ਮੀਨਿੰਗ ਲਿਖੋਗੇ। ਡਿਵੈਲਪਮੈਂਟ ਹੁੰਦਾ ਕੀ ਆ? ਡਿਵੈਲਪਮੈਂਟ ਮੀਨਸ ਦ ਗ੍ਰੈਜੂਅਲ ਗਰੋਥ ਆਫ ਦ ਸੋਸਾਇਟੀ ਟੂ ਮੇਕ ਇਟ ਮੋਰ ਸਟਰੋਂਗਰ ਐਂਡ ਐਡਵਾਂਸਡ। ਸੋ ਅਸੀਂ ਕੋਈ ਇੱਦਾਂ ਦੀ ਆਪਣੀ ਦੇਸ਼ ਨੂੰ, ਆਪਣੇ ਸਟੇਟ ਨੂੰ ਇਸ ਤਰ੍ਹਾਂ ਨਾਲ ਡਿਵੈਲਪ ਕਰੀਏ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਸਾਡਾ, ਫੋਰ ਐਗਜ਼ਾਮਪਲ ਅਸੀਂ ਸਾਰੇ ਜਾਣੇ ਪੰਜਾਬ ਦੇ ਹਾਂ। ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਦਾਂ ਦਾ ਕੰਮ ਕਰੀਏ, ਅਸੀਂ ਪੜ੍ਹ ਲਿਖ ਕੇ ਆਪਣੀ ਸਟੇਟ ਨੂੰ ਅੱਗੇ ਵਧਾਈਏ ਜਾਂ ਆਪਣੀ ਖੇਤੀਬਾੜੀ ਦੇ ਵਿੱਚ ਜ਼ਿਆਦਾ ਕੰਮ ਕਰੀਏ, ਤਾਂ ਸਾਡਾ ਜਿਹੜਾ ਆ ਪੰਜਾਬ ਆ ਉਹ ਇੱਕ ਅਮੀਰ ਸਟੇਟ ਦੇ ਵਿੱਚ ਗਿਣਿਆ ਜਾਵੇ। ਇਹਦਾ ਮਤਲਬ ਅਸੀਂ ਆਪਣੀ ਟੈਕਨੋਲੋਜੀਜ਼ ਦੀ ਹੈਲਪ ਦੇ ਨਾਲ, ਆਪਣੀ ਐਜੂਕੇਸ਼ਨ ਦੀ ਹੈਲਪ ਦੇ ਨਾਲ ਜਿਹੜਾ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ, ਜਿਹੜੀ ਬੜਾਵਾ ਦੇ ਰਹੇ ਹਾਂ ਆਪਣੀ ਸਟੇਟ ਨੂੰ, ਉਹਨੂੰ ਅਸੀਂ ਕਹਿ ਦਿੰਦੇ ਹਾਂ ਡਿਵੈਲਪਮੈਂਟ। ਸੋ ਡਿਵੈਲਪਮੈਂਟ ਬੱਚੇ ਬੇਸਿਕਲੀ ਦ ਟੂ ਮੇਨ ਆਸਪੈਕਟਸ ਆਫ ਡਿਵੈਲਪਮੈਂਟ ਆਰ। ਸੋ ਦੋ ਚੀਜ਼ਾਂ ਆ ਜਿਹਦੇ 'ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਡਿਵੈਲਪਮੈਂਟ ਹੁੰਦੀ ਆ। ਨੰਬਰ 1 ਇਕਨੋਮਿਕ ਡਿਵੈਲਪਮੈਂਟ। ਇਕਨੋਮਿਕ ਮਤਲਬ ਪੈਸੇ ਵਜੋਂ ਜਿਹੜੀ ਡਿਵੈਲਪਮੈਂਟ ਹੋ ਰਹੀ ਆ ਸਾਡੀ ਸਟੇਟ ਦੀ, ਸਾਡੀ ਕੰਟਰੀ ਦੀ, ਉਹਨੂੰ ਬੋਲ ਦਿੰਦੇ ਆ ਇਕਨੋਮਿਕ ਡਿਵੈਲਪਮੈਂਟ। ਸੈਕਿੰਡ ਆ ਸੋਸ਼ਲ ਡਿਵੈਲਪਮੈਂਟ। ਸੋਸ਼ਲ ਮਤਲਬ ਸੋਸਾਇਟੀ ਦੀ ਡਿਵੈਲਪਮੈਂਟ ਕਿੱਦਾਂ ਦੀ ਹੋ ਰਹੀ ਆ। ਠੀਕ ਹੈ, ਅਗਰ ਬੱਚੇ ਤੁਸੀਂ ਅੱਛੀ ਸੋਸਾਇਟੀ 'ਚ ਰਹਿ ਰਹੇ ਆ, ਪੜ੍ਹੀ ਲਿਖੀ ਸੋਸਾਇਟੀ ਦੇ ਵਿੱਚ ਰਹਿ ਰਹੇ ਆ, ਲੋਕਾਂ ਦੀ ਬੋਲ ਬਾਣੀ ਅੱਛੀ ਹੋਏਗੀ, ਉਹਨਾਂ ਦੀ ਕਹਿ ਲਓ ਸੋਚਣ ਦੀ ਜਿਹੜੀ ਕਪੈਸਿਟੀ ਆ ਉਹ ਅੱਛੀ ਹੋਏਗੀ। ਅਗਰ ਸਾਰੇ ਜਾਣੇ ਕੰਮ ਕਰਦੇ ਹੋਣਗੇ ਤਾਂ ਇੱਕ ਦੂਸਰੇ ਦਾ ਕੰਮ ਦੀ ਰਿਸਪੈਕਟ ਕਰਨ ਦੀ ਕਹਿ ਲਓ ਇੱਜ਼ਤ ਹੋਏਗੀ। ਜਿੱਦਾਂ ਤੁਸੀਂ ਬੱਚੇ ਬਾਹਰ ਵਾਲੇ ਦੇਸ਼ਾਂ ਦੇ ਵਿੱਚ ਦੇਖਦੇ ਆ, ਚਾਹੇ ਕੋਈ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ, ਚਾਹੇ ਕੋਈ ਆਫਿਸ ਦੇ ਵਿੱਚ ਕੰਮ ਕਰ ਰਿਹਾ, ਸਭ ਨੂੰ ਇਕੁਅਲੀ ਰਿਸਪੈਕਟ ਦਿੱਤੀ ਜਾਂਦੀ ਆ। ਸੋ ਸਾਡਾ ਵੀ ਦੇਸ਼ ਇੰਨਾ ਜ਼ਿਆਦਾ ਡਿਵੈਲਪ ਹੋ ਜਾਵੇ, ਚਾਹੇ ਕੋਈ ਕਹਿ ਲਓ ਝਾੜੂ ਲਗਾਉਣ ਵਾਲਾ ਹੋਵੇ, ਚਾਹੇ ਕੋਈ ਆਫਿਸ ਦੇ ਅੰਦਰ ਬੈਠ ਕੇ ਕੰਮ ਕਰਨ ਵਾਲਾ ਹੋਵੇ, ਅਗਰ ਇੱਕ ਮਜ਼ਦੂਰ ਨੂੰ ਵੀ ਪ੍ਰੋਪਰ ਵੇ ਨਾ ਉਹਦੀ ਸੈਲਰੀ ਮਿਲੂਗੀ, ਉਹਨੂੰ ਤਨਖਾਹ ਸੋਹਣੀ ਮਿਲੂਗੀ, ਤਾਂ ਕਿਸੇ ਦਾ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਕਹਿਲਾਇਆ ਜਾਊਗਾ। ਠੀਕ ਹੈ, ਸੋ ਅਸੀਂ ਕੀ ਆ, ਜਿਹਨੂੰ ਪੈਸੇ ਘੱਟ ਮਿਲਦੇ ਆ ਅਸੀਂ ਕਹਿ ਦਿੰਦੇ ਹਾਂ ਵੀ ਇਹਦਾ ਕੰਮ ਛੋਟਾ ਆ, ਜਿਹਨੂੰ ਪੈਸੇ ਜ਼ਿਆਦਾ ਮਿਲਦੇ ਆ ਅਸੀਂ ਕਹਿ ਦਿੰਦੇ ਵੀ ਇਹਦਾ ਕੰਮ ਬਹੁਤ ਸੋਹਣਾ ਆ। ਸੋ ਉਸ ਚੀਜ਼ ਨੂੰ ਅਸੀਂ ਬੋਲ ਦਿੰਦੇ ਹਾਂ ਸੋਸ਼ਲ ਡਿਵੈਲਪਮੈਂਟ। ਸਾਡੀ ਸੁਸਾਇਟੀ ਦੀ ਡਿਵੈਲਪਮੈਂਟ ਕਿਸ ਤਰੀਕੇ ਨਾਲ ਹੋ ਰਹੀ ਆ। ਸੋ ਕੁਛ ਇੱਦਾਂ ਦੇ ਵੀ ਬੱਚੇ ਫੈਕਟਰਸ ਆ ਜੋ ਸਾਡੀ ਸੁਸਾਇਟੀ ਨੂੰ ਪਿੱਛੇ ਵੱਲ ਨੂੰ ਲੈ ਕੇ ਜਾਂਦਾ ਆ, ਪਿੱਛੇ ਨੂੰ ਧਕੇਲਦਾ ਆ। ਸੋ ਅਸੀਂ ਇਸ ਕੁਐਸਚਨ ਦੇ ਅੰਦਰ ਉਸ ਚੀਜ਼ ਨੂੰ ਲੈ ਕੇ ਡਿਸਕਸ ਕਰਾਂਗੇ। ਸੋ ਬਹੁਤ ਸਾਰੇ ਇੱਦਾਂ ਦੇ ਫੈਕਟਰਸ ਆ ਜੋ ਸਾਡੀ ਕਹਿ ਲਓ ਸਮਾਜ ਨੂੰ, ਸਾਡੇ ਡਿਵੈਲਪਮੈਂਟ ਹੋਣ ਵਿੱਚ ਰੁਕਾਵਟ ਬਣਦੀ ਆ। ਫੋਰ ਐਗਜ਼ਾਮਪਲ ਜਿੱਦਾਂ ਕਿ ਪੋਵਰਟੀ, ਕਿ ਲੋਕ ਜਿਹੜੀ ਗਰੀਬੀ ਰੇਖਾ ਤੋਂ ਨੀਚੇ ਆ, ਪੜ੍ਹੇ ਲਿਖੇ ਘੱਟ ਆ, ਕੋਈ ਹੈਲਥ ਇਸ਼ੂਜ਼ ਆ, ਦੈਨ ਚਾਈਲਡ ਮੈਰਿਜ ਆ, ਬਚਪਨ 'ਚ ਹੀ ਵਿਆਹ ਕਰ ਦੇਣਾ, ਦੈਨ ਸਾਡੇ ਕਲਚਰ ਆ, ਬਹੁਤ ਸਾਰੀਆਂ ਇੱਦਾਂ ਦੀਆਂ ਵੈਲਿਊਜ਼ ਆ। ਸੋ ਬਹੁਤ ਇੱਦਾਂ ਦੇ ਫੈਕਟਰਸ ਆ ਜਿਹੜੀ ਸਾਡੇ ਸਮਾਜ ਨੂੰ ਪਿੱਛੇ ਵੱਲ ਨੂੰ ਲੈ ਕੇ ਜਾਂਦੀ ਆ। ਸੋ ਪਹਿਲੇ ਨੰਬਰ 'ਤੇ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਚਾਈਲਡ ਲੇਬਰ। ਠੀਕ ਹੈ, ਬੱਚਿਆਂ ਤੋਂ ਜਿਹੜਾ ਕੰਮ ਕਰਵਾਇਆ ਜਾਂਦਾ। ਸਾਨੂੰ ਪਤਾ ਬੱਚੇ ਸਾਡੇ ਸਮਾਜ ਦੇ ਅੰਦਰ, ਸਾਡੀ ਸਪੈਸ਼ਲੀ ਇੰਡੀਆ ਦੇ ਅੰਦਰ, ਮੈਂ ਸਿਰਫ ਪੰਜਾਬ ਦੀ ਗੱਲ ਨਹੀਂ ਕਰ ਰਹੀ, ਮੈਂ ਪੂਰੇ ਇੰਡੀਆ ਦੀ ਗੱਲ ਕਰ ਰਹੀ ਹਾਂ। ਪੂਰੇ ਇੰਡੀਆ ਦੇ ਅੰਦਰ ਸਾਨੂੰ ਪਤਾ ਕਿ ਕੁਝ ਲੋਕਾਂ ਦੀ ਥਿੰਕਿੰਗ ਕੀ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਪੈਦਾ ਕੀਤੇ ਜਾਣ। ਜਿੰਨੇ ਜ਼ਿਆਦਾ ਬੱਚੇ ਹੋਣਗੇ ਉਨੀ ਜ਼ਿਆਦਾ ਕਹਿ ਲਓ ਸਾਡੇ ਘਰ ਵਿੱਚ ਸੋਰਸ ਆਫ ਇਨਕਮ ਆਏਗੀ। ਮੰਨ ਲਓ ਕੁਝ ਲੋਕਾਂ ਦੀ ਥਿੰਕਿੰਗ ਅੱਜ ਬੱਚੇ ਅਸੀਂ ਕਹਿੰਦੇ ਹਾਂ ਕਿ ਅਸੀਂ ਮਾਡਰਨ ਵਰਲਡ ਦੇ ਵਿੱਚ ਰਹਿ ਰਹੇ ਹਾਂ, ਇੱਕ ਪੜ੍ਹੇ ਲਿਖੇ ਸਮਾਜ ਦੇ ਅੰਦਰ ਰਹਿ ਰਹੇ ਹਾਂ, ਫਿਰ ਵੀ ਲੋਕਾਂ ਦੀ ਕੀ ਸੋਚ ਆ ਕਿ ਅਗਰ ਸਾਡੇ 4 ਮੁੰਡੇ ਹੋਣਗੇ ਤਾਂ ਮਤਲਬ 4 ਜਣੇ ਕਮਾ ਕੇ ਲੈ ਕੇ ਆਉਣਗੇ। ਜੇ ਇੱਕ ਵੀ ਕਹਿ ਲਓ ਬੱਚਾ 10,000 ਰੁਪਇਆ ਕਮਾ ਕੇ ਲੈ ਕੇ ਆਉਂਦਾ, ਮੰਨ ਲਓ ਆਪਾਂ ਮੰਨ ਰਹੇ ਹਾਂ, ਮੰਨ ਲਓ 10,000 ਰੁਪਇਆ ਲੈ ਕੇ ਆਉਂਦਾ ਤਾਂ ਸਾਡੇ ਘਰ ਵਿੱਚ 40,000 ਰੁਪਇਆ ਆ ਰਿਹਾ। ਠੀਕ ਹੈ,
ਪਰ ਇੱਕ ਨਾ ਇੱਕ ਦਿਨ ਬੱਚੇ ਉਹਨਾਂ ਬੱਚਿਆਂ ਨੇ, ਛੋਟੇ ਬੱਚਿਆਂ ਨੇ ਵੱਡੇ ਹੋਣਾ, ਉਹਨਾਂ ਦੀ ਆਪਣੀ ਇੱਕ ਫੈਮਿਲੀ ਹੋਏਗੀ, ਠੀਕ ਆ। ਜੇ ਕਹਿ ਲਓ ਵੀ ਮਾਂ ਬਾਪ ਨੇ ਆਪਣੀ ਮਿਹਨਤ ਨਾਲ ਇੱਕ ਘਰ ਬਣਾਇਆ ਆ, ਅਗਰ ਉਹ 4 ਅੱਗੇ ਬੱਚੇ ਹੋਰ ਹੋਣਗੇ ਤਾਂ ਉਹੀ ਘਰ 4 ਹਿੱਸਿਆਂ 'ਚ ਵੰਡਿਆ ਜਾਣਾ। ਇਸ ਚੀਜ਼ ਨੂੰ ਕੋਈ ਨਹੀਂ ਸੋਚਦਾ, ਸਿਰਫ ਇਸ ਚੀਜ਼ ਵੱਲ ਫੋਕਸ ਕੀਤਾ ਜਾਂਦਾ ਕਿ ਜਿੰਨੇ ਜ਼ਿਆਦਾ ਸਾਡੇ ਬੱਚੇ ਹੋਣਗੇ ਉਨਾ ਜ਼ਿਆਦਾ ਸਾਡਾ ਕਮਾਈ ਦਾ ਸਾਧਨ ਵਧੂਗਾ। ਇਸ ਕਰਕੇ ਕੀ ਕਰਦੇ, ਉਹ ਛੋਟੇ ਛੋਟੇ ਬੱਚਿਆਂ ਨੂੰ ਵੀ ਕੰਮ ਕਰਨਾ ਸਟਾਰਟ ਕਰ ਦਿੰਦੇ ਆ। ਜਿੱਦਾਂ ਹੀ ਬੱਚਾ 8-10 ਸਾਲ ਦਾ ਹੁੰਦਾ, ਸਪੈਸ਼ਲੀ ਬੱਚੇ ਜਿਹੜਾ ਸਟੇਟਸ ਦੇ ਵਿੱਚ ਗਰੀਬੀ ਜ਼ਿਆਦਾ ਆ, ਜਿੱਦਾਂ ਤੁਹਾਨੂੰ ਪਤਾ ਹੀ ਆ ਬਿਹਾਰ, ਯੂਪੀ ਵਰਗੀ ਜਿਹੜੀ ਸਟੇਟਸ ਆ, ਉਹ ਪੰਜਾਬ ਜਿੰਨੀਆਂ ਅਮੀਰ ਸਟੇਟਸ ਨਹੀਂ ਆ। ਇਸ ਕਰਕੇ ਉਹਨਾਂ ਲੋਕਾਂ ਦੀ ਵੀ ਇਹ ਜ਼ਿਆਦਾਤਰ ਉਹਨਾਂ ਲੋਕਾਂ ਦੀ ਸੋਚ ਆ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਹੋਣਗੇ ਤਾਂ ਜ਼ਿਆਦਾ ਤੋਂ ਜ਼ਿਆਦਾ ਸਾਡਾ ਸੋਰਸ ਆਫ ਇਨਕਮ, ਸਾਡੇ ਕੋਲ ਪੈਸਾ ਕਮਾਉਣ ਦਾ ਤਰੀਕਾ ਜ਼ਿਆਦਾ ਹੋਏਗਾ। ਸੋ ਕੀ ਕਰਦੇ ਆ, ਜਿੱਦਾਂ ਹੀ ਉਹਨਾਂ ਦਾ ਬੱਚਾ 8 ਜਾਂ 10 ਸਾਲ ਦਾ ਹੁੰਦਾ ਤਾਂ ਕਿਸੇ ਨਾ ਕਿਸੇ ਦੇ ਘਰਾਂ ਦੇ ਵਿੱਚ ਕੰਮ ਕਰਨ ਲਗਾ ਦਿੱਤਾ ਜਾਂਦਾ ਆ। ਜਾਂ ਫਿਰ ਤੁਸੀਂ ਦੇਖਦੇ ਹੋਣੇ ਆ ਕਿ ਰੇਹੜੀਆਂ ਦੇ ਉੱਪਰ ਜਿਹੜੇ ਕਹਿ ਲਓ ਕਿ ਸਿੰਪਲ ਫੂਡ ਦੀਆਂ ਛੋਟੀਆਂ ਛੋਟੀਆਂ ਰੇਹੜੀਆਂ ਹੁੰਦੀਆਂ, ਉਹਨਾਂ ਦੇ ਵਿੱਚ ਛੋਟੇ ਛੋਟੇ ਬੱਚੇ ਆ ਜਿਹੜੇ ਭਾਂਡੇ ਮਾਂਜਦੇ ਆ ਜਾਂ ਇੱਦਾਂ ਦੇ ਕੰਮ ਕਰਦੇ ਆ। ਕਿਉਂ ਉਹ ਕੰਮ ਕਰਦੇ ਆ? 2-3 ਹਜ਼ਾਰ ਦੇ ਖਾਤਰ ਉਹ ਬੱਚਿਆਂ ਦੀ ਪੜ੍ਹਾਈ ਵੀ ਛੁੱਟਦੀ ਆ, ਉਹਨਾਂ ਦਾ ਬਚਪਨ ਵੀ ਜਾਂਦਾ ਲੱਗਦਾ ਆ। ਸੋ ਉਸ ਪੂਰੇ ਜਿੱਥੇ 18 ਸਾਲ ਤੋਂ ਘੱਟ ਬੱਚਾ ਪੈਸੇ ਕਮਾ ਰਿਹਾ ਆ, ਖੁਦ ਕੰਮ ਕਰ ਰਿਹਾ, ਉਹਨੂੰ ਅਸੀਂ ਬੋਲ ਦਿੰਦੇ ਹਾਂ ਚਾਈਲਡ ਲੇਬਰ। ਸੋ ਬੱਚੇ ਤੁਸੀਂ ਇਹਨੂੰ ਪੈਰਾ ਬਣਾ ਕੇ ਚਾਈਲਡ ਲੇਬਰ ਲਿਖ ਕੇ ਵੀ ਐਕਸਪਲੇਨ ਕਰ ਸਕਦੇ ਹਾਂ, ਜਾਂ ਚਾਈਲਡ ਲੇਬਰ ਲਿਖ ਕੇ ਇਹਨੂੰ ਇਹਦੇ ਅੰਦਰ ਬੱਚੇ 5 ਪੁਆਇੰਟਸ ਲਿਖ ਦੇਣਾ ਤਾਂ ਸਫੀਸ਼ੀਐਂਟ ਆ। ਨੰਬਰ 1 ਪੁਆਇੰਟ ਕੀ ਬਣਾ ਸਕਦੇ ਹਾਂ? ਪੋਵਰਟੀ ਇਜ਼ ਫੋਰਸਿੰਗ ਦਾ ਪੀਪਲ ਟੂ ਮੇਕ ਦੇਅਰ ਚਾਈਲਡ ਵਰਕ ਟੂ ਲਰਨ। ਠੀਕ ਹੈ, ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਗਰੀਬ ਰੇਖਾ ਤੋਂ ਨੀਚੇ ਹੁੰਦੇ ਆ, ਉਹਨਾਂ ਨੂੰ ਇੱਦਾਂ ਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਹੋਣਗੇ ਤਾਂ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨਗੇ। ਇਨ ਦ ਸਮੋਲ ਏਜ ਵੈਨ ਦੇਅਰ ਏਜਿਸ ਇਜ਼ ਟੂ ਸਟੱਡੀ ਐਂਡ ਲਰਨ, ਜਦੋਂ ਉਹਨਾਂ ਦੀ ਉਮਰ ਪੜ੍ਹਨ ਅਤੇ ਲਿਖਣ ਦੀ ਹੁੰਦੀ ਆ, ਉਸ ਟਾਈਮ ਉਹ ਬੱਚੇ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਕੰਮ ਕਰਨਾ ਸਟਾਰਟ ਕਰ ਦਿੰਦੇ ਆ। ਨੰਬਰ 3 'ਤੇ ਲਿਖ ਸਕਦੇ ਹਾਂ ਦੇ ਰਿਮੇਨਸ ਅਨਐਜੂਕੇਟਿਡ, ਜਿਸ ਦੀ ਵਜ੍ਹਾ ਨਾਲ ਉਹ ਅਨਪੜ੍ਹ ਰਹਿ ਜਾਂਦੇ ਆ ਜਾਂ ਪੜ੍ਹੇ ਲਿਖੇ ਨਹੀਂ ਹੁੰਦੇ ਉਹ ਬੱਚੇ। ਠੀਕ ਹੈ, ਸੋ ਉਹਨਾਂ ਦੀ ਡਿਵੈਲਪਮੈਂਟ ਵੀ ਨਹੀਂ ਹੁੰਦੀ। ਇਟ ਲੀਡਸ ਟੂ ਦੇਅਰ ਅਨਡਿਵੈਲਪਮੈਂਟ, ਸੋ ਜਿਹੜਾ ਕਿ ਉਹਨਾਂ ਦੀ ਡਿਵੈਲਪਮੈਂਟ ਪ੍ਰੋਪਰ ਵੇ ਦੇ ਨਾਲ ਨਹੀਂ ਹੁੰਦੀ। ਠੀਕ ਹੈ, ਉਹਨਾਂ ਦੀ ਸੋਚ ਵੀ ਉੱਥੇ ਕੀ ਰਹਿ ਜਾਂਦੀ ਆ। ਸੋ 5th ਪੁਆਇੰਟ ਬਣਾ ਸਕਦੇ ਹਾਂ ਕਿ ਇਸ ਚੀਜ਼ ਨੂੰ ਕਵਰ ਅਪ ਕਰਨ ਦੇ ਲਈ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਗਈ ਆ ਕਿ ਛੋਟੇ ਬੱਚਿਆਂ ਦੀ ਜਿਹੜੀ ਆ ਕੰਮ ਨਾ ਕਰਵਾਏ ਜਾਣ। ਤੁਸੀਂ ਦੇਖਿਆ ਹੋਣਾ ਹੁਣ ਕਾਨੂੰਨ ਬਣ ਗਿਆ ਬੱਚੇ ਕਿ ਛੋਟੇ ਬੱਚਿਆਂ ਤੋਂ ਅਗਰ ਤੁਸੀਂ ਕੰਮ ਕਰਵਾਉਂਦੇ ਆ, ਅਗਰ ਕੋਈ ਸ਼ਿਕਾਇਤ ਕਰ ਦਿੰਦਾ ਤਾਂ ਤੁਹਾਨੂੰ ਜੁਰਮਾਨਾ ਵੀ ਹੋ ਸਕਦਾ ਅਤੇ ਸਜ਼ਾ ਵੀ ਹੋ ਸਕਦੀ ਆ। ਸੋ ਬੱਚੇ ਅਸੀਂ ਨੈਕਸਟ ਪੜ੍ਹਨ ਜਾ ਰਹੇ ਹਾਂ ਚਾਈਲਡ ਮੈਰਿਜ। ਚਾਈਲਡ ਮੈਰਿਜ ਦੇ ਵਿੱਚ ਕੀ ਆ ਬੱਚੇ, ਤੁਹਾਨੂੰ ਵੀ ਪਤਾ ਹੋਏਗਾ ਕਿ ਆਪਣੀ ਜਿਹੜੀ ਆ ਕਹਿ ਲਓ ਕਿ ਪੁਰਾਣੇ ਟਾਈਮ ਦੇ ਵਿੱਚ ਜਦੋਂ ਸਾਡੇ ਦਾਦਾ ਦਾਦੀ ਹੁੰਦੇ ਸੀ, ਠੀਕ ਹੈ, ਤਾਂ ਉਹਨਾਂ ਦੇ ਟਾਈਮ ਦੇ ਵਿੱਚ ਬਚਪਨ ਵਿੱਚ ਹੀ ਵਿਆਹ ਕਰ ਦਿੱਤੇ ਜਾਂਦੇ ਸੀ, ਛੋਟੇ ਛੋਟੇ ਬੱਚਿਆਂ ਦੇ ਹੀ ਵਿਆਹ ਕਰ ਦਿੱਤੇ ਜਾਂਦੇ ਸੀ। ਪਰ ਹਾਲੇ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਸਟੇਟਸ ਹੈ ਜਿੱਥੇ ਅੱਜ ਵੀ ਛੋਟੇ ਛੋਟੇ ਬੱਚਿਆਂ ਦੀ ਉਮਰ ਤੋਂ ਪਹਿਲਾਂ ਹੀ ਮੈਰਿਜ ਕਰ ਦਿੱਤੀ ਜਾਂਦੀ ਆ। ਠੀਕ ਹੈ, ਸੋ ਇਹਨੂੰ ਰੋਕਣ ਦੇ ਲਈ 1978 ਦੇ ਅੰਦਰ, ਠੀਕ ਹੈ, 1978 ਦੇ ਅੰਦਰ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਹਦੇ ਵਿੱਚ ਉਹਨਾਂ ਨੇ ਮੈਂਸ਼ਨ ਕਰ ਦਿੱਤਾ ਕਿ ਲੜਕੀ ਦੀ ਉਮਰ ਘੱਟੋ ਘੱਟ 18 ਤੋਂ 21 ਸਾਲ ਤੱਕ ਦੀ ਹੋਣੀ ਚਾਹੀਦੀ ਹੈ ਅਤੇ ਮੁੰਡਿਆਂ ਦੀ ਉਮਰ ਘੱਟੋ ਘੱਟ 21 ਸਾਲ ਦਾ। ਕੁੜੀ ਦੀ ਉਮਰ ਘੱਟੋ ਘੱਟ 18 ਅਤੇ ਮੁੰਡਿਆਂ ਦੀ ਉਮਰ ਘੱਟੋ ਘੱਟ 21 ਸਾਲ ਦੀ ਹੋਣੀ ਚਾਹੀਦੀ ਆ, ਤਾਂ ਹੀ ਜਿਹੜੀ ਆ ਬੱਚਿਆਂ ਦੀ ਮੈਰਿਜ ਹੋਣੀ ਚਾਹੀਦੀ ਆ। ਠੀਕ ਹੈ, ਸੋ ਇਸ ਚੀਜ਼ ਨੂੰ ਰੋਕਣ ਦੇ ਲਈ ਕੀ ਆ ਬਹੁਤ ਸਾਰੇ ਉਪਰਾਲੇ ਕੀਤੇ ਗਏ। ਬੇਸਿਕਲੀ ਅੱਜ ਵੀ ਬੱਚੇ ਬਹੁਤ ਸਾਰੀਆਂ ਸਟੇਟਸ ਆ ਲਾਈਕ ਰਾਜਸਥਾਨ ਆ, ਮੱਧ ਪ੍ਰਦੇਸ਼ ਆ, ਸੋ ਇੱਦਾਂ ਦੀਆਂ ਬਹੁਤ ਸਾਰੀਆਂ ਸਟੇਟਸ ਆ ਜਿੱਥੇ ਅੱਜ ਵੀ ਜਿਹੜੇ ਆ ਛੋਟੇ ਬੱਚਿਆਂ ਦੀ ਮੈਰਿਜ ਕਰ ਦਿੱਤੀ ਜਾਂਦੀ। ਇਹਨਾਂ ਰਿਲੇਟਿਡ ਬੱਚੇ ਬਹੁਤ ਸਾਰੀਆਂ ਪ੍ਰੋਬਲਮਸ ਵੀ ਹੁੰਦੀਆਂ। ਇਹ ਨਹੀਂ ਆ ਕਿ ਬਚਪਨ 'ਚ ਮੈਰਿਜ ਕਰ ਦਿੱਤੀ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ, ਐਕਚੁਅਲ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਆ। ਫੋਰ ਐਗਜ਼ਾਮਪਲ ਲੜਕੀ ਦਾ ਸਰੀਰ ਇੰਨਾ ਸਟਰੋਂਗ ਨਹੀਂ ਹੁੰਦਾ ਕਿ ਉਹ ਇੱਕ ਬੱਚੇ ਨੂੰ ਪੈਦਾ ਕਰ ਸਕੇ। ਜਿਹੜੇ ਬੱਚੇ ਅਨਪੜ੍ਹ ਲੋਕ ਆ, ਜਿਨ੍ਹਾਂ ਦੇ ਵਿੱਚ ਇੰਨੀ ਜਾਗਰੂਕਤਾ ਨਹੀਂ ਆ ਕਿ ਉਹ ਛੋਟੇ ਜਿਹੇ ਬੱਚੇ ਦੀ ਮੈਰਿਜ ਕਰ ਰਹੇ ਆ, ਇਹਦਾ ਮਤਲਬ ਉਹਨਾਂ ਨੂੰ ਨਹੀਂ ਨੌਲੇਜ ਹੈਗੀ ਕਿ ਇੱਕ ਸਰੀਰ ਆ, ਇੱਕ ਸਰੀਰ ਨੇ ਵੀ ਇੱਕ ਹੋਰ ਬੱਚੇ ਨੂੰ ਜਨਮ ਦੇਣਾ ਆ, ਤਾਂ ਉਹਦੇ ਲਈ ਵੀ ਇੱਕ ਸਰੀਰ ਨੂੰ ਮਜ਼ਬੂਤ ਹੋਣਾ ਜ਼ਰੂਰੀ ਆ। ਸੋ ਪੰਜਾਬੀ ਮੀਡੀਅਮ ਦੀ ਬੁੱਕ ਦੇ ਵਿੱਚ ਬੱਚੇ ਬਹੁਤ ਅੱਛਾ ਲਿਖਿਆ ਹੋਇਆ ਬਾਲ ਵਿਵਾਹ ਨੂੰ ਲੈ ਕੇ ਕਿ ਛੋਟੀ ਉਮਰ ਵਿੱਚ ਵਿਆਹ ਨਾਲ ਸਰੀਰਕ
ਸਮਰੱਥਾ ਤੋਂ ਵੀ ਪ੍ਰਭਾਵ ਪੈਦਾ ਹੁੰਦਾ ਹੈ, ਠੀਕ ਹੈ, ਕਿ ਉਹਨਾਂ ਦਾ ਸਰੀਰ ਇੰਨਾ ਜ਼ਿਆਦਾ ਮਜ਼ਬੂਤ ਨਹੀਂ ਹੁੰਦਾ। ਇਸਤਰੀਆਂ ਵਿੱਚ ਖੂਨ ਦੀ ਕਮੀ ਆ ਜਾਂਦੀ ਆ, ਸੋ ਹੋ ਸਕਦਾ ਮਾਂ ਨੂੰ ਵੀ ਖਤਰਾ ਹੋਵੇ, ਬੱਚੇ ਨੂੰ ਵੀ ਖਤਰਾ ਹੋਵੇ। ਬੱਚੇ ਜਿਹੜੇ ਕਮਜ਼ੋਰ ਪੈਦਾ ਹੁੰਦੇ ਆ, ਜਦੋਂ ਬੱਚੇ ਦੇ ਜਨਮ ਦਾ ਟਾਈਮ ਹੁੰਦਾ, ਮਤਲਬ ਡਿਲੀਵਰੀ ਦਾ ਟਾਈਮ ਹੁੰਦਾ, ਉਦੋਂ ਮਾਂ ਦੀ ਜਾਨ ਨੂੰ ਵੀ ਖਤਰਾ ਹੈ ਅਤੇ ਬੱਚੇ ਦੀ ਜਾਨ ਨੂੰ ਵੀ ਖਤਰਾ, ਅਗਰ ਉਹਨਾਂ ਦੀ ਉਮਰ ਛੋਟੀ ਆ ਤਾਂ। ਇਸ ਪ੍ਰਕਾਰ ਬਾਲ ਵਿਵਾਹ ਕਾਰਨ ਪੈਦਾ ਹੋਣ ਵਾਲੀ ਅਗਲੀ ਪੀੜ੍ਹੀ ਅਵਿਕਸਿਤ ਜਾਂ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੀ ਹੈ। ਕੁਪੋਸ਼ਣ ਮਤਲਬ ਜਿਨ੍ਹਾਂ ਨੂੰ ਨਿਊਟ੍ਰੀਸ਼ਨ ਪੂਰਾ ਨਹੀਂ ਮਿਲਦਾ। ਅਗਰ ਇੱਕ ਬੱਚਾ ਆ, ਉਹਨੂੰ ਆਪਣੀ ਮਾਂ ਦੇ ਪੇਟ ਦੇ ਅੰਦਰ ਹੀ ਪ੍ਰੋਪਰ ਫੂਡ ਨਹੀਂ ਮਿਲਿਆ, ਪ੍ਰੋਪਰ ਉਹਨੂੰ ਆਇਰਨ ਵਿਟਾਮਿਨਸ ਨਹੀਂ ਮਿਲੇ, ਤਾਂ ਉਹ ਬੱਚੇ ਦੀਆਂ ਹੱਡੀਆਂ ਜਿਹੜੀਆਂ ਆ ਉਹ ਜਨਮ ਦੇ ਟਾਈਮ ਤੋਂ ਹੀ ਕਮਜ਼ੋਰ ਆ। ਇਹਦਾ ਮਤਲਬ ਉਸ ਬੱਚੇ ਨੂੰ ਸਾਰੀ ਉਮਰ ਕੁਛ ਨਾ ਕੁਛ ਪ੍ਰੋਬਲਮ ਰਹੇਗੀ। ਸੋ ਇਸ ਕਰਕੇ ਤਾਂ ਕਰਕੇ ਕਿਹਾ ਜਾਂਦਾ ਕਿ ਬਾਲ ਵਿਵਾਹ ਬਚਪਨ ਦੇ ਵਿੱਚ ਬੱਚਿਆਂ ਦਾ ਵਿਆਹ ਨਹੀਂ ਕਰਨਾ ਚਾਹੀਦਾ। ਕਲੀਅਰ ਹੋ ਗਿਆ। ਸੋ ਇੱਦਾਂ ਹੀ ਬਾਲ ਮਜ਼ਦੂਰੀ ਆ ਬੱਚੇ, ਪੰਜਾਬੀ ਮੀਡੀਅਮ ਵਾਲੇ ਬਾਲ ਮਜ਼ਦੂਰੀ ਪੜ੍ਹ ਲੈਣਾ ਇਸ ਤਰੀਕੇ ਨਾਲ। ਐਕਸਪਲੇਨੇਸ਼ਨ ਸੇਮ ਆ ਜੋ ਇੰਗਲਿਸ਼ ਦੇ ਵਿੱਚ ਸੀ। ਸੋ ਟਰਾਈ ਕਰਨਾ ਬੱਚੇ, ਪੁਆਇੰਟਸ ਬਣਾ ਕੇ ਲਿਖਣਾ। ਬਾਲ ਮਜ਼ਦੂਰੀ ਲਿਖ ਦਿੱਤੀ ਤਾਂ ਵਿੱਚ 5 ਪੁਆਇੰਟਸ ਬਣਾ ਦਿੱਤੇ। ਸਿਮਿਲਰਲੀ ਤੁਸੀਂ ਬਾਲ ਵਿਵਾਹ ਲਿਖ ਦਿੱਤਾ, ਇਹਦੇ ਵਿੱਚੋਂ 5 ਪੁਆਇੰਟ ਬਣਾ ਕੇ ਲਿਖ ਦਿੱਤੇ, 5 ਜਾਂ 6, ਠੀਕ ਹੈ। ਜਿਹਨਾਂ ਤੁਹਾਡੇ 10 ਜਾਂ 12 ਪੁਆਇੰਟਸ ਕੰਪਲੀਟ ਹੋ ਜਾਣਗੇ ਤਾਂ ਤੁਹਾਡਾ 5 ਮਾਰਕਸ ਦਾ ਕੁਐਸਚਨ ਫੁੱਲ ਫਲੈਸ਼ਡ ਹੋਏਗਾ। ਕਲੀਅਰ ਹੋ ਗਿਆ। ਸੋ ਇਹ ਸਾਡਾ ਅੱਜ ਦਾ ਪਹਿਲਾ ਕੁਐਸਚਨ ਸੀ। ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ, ਤਾਂ ਤੁਸੀਂ ਆਪਣੇ ਵੱਲੋਂ ਵੀ ਇਹਨਾਂ ਦੇ ਵਿੱਚ ਕੋਈ ਵੀ ਹੋਰ ਲਾਈਨ ਜੋੜ ਕੇ ਲਿਖ ਸਕਦੇ ਆ। ਥੈਂਕ ਯੂ ਸੋ ਮਚ।